ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹੋਇਆ ਜਦੋਂ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਚਮਤਕਾਰ ਹੋਇਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ, ਜਿਸ ਦੀ ਆਮ ਇਨਸਾਨ ਕਲਪਨਾ ਵੀ ਨਹੀਂ ਕਰ ਸਕਦੇ। ਜਾਣੋ ਕੀ ਹੋਇਆ ਅਜਿਹਾ ਜਿਸ ਨੇ ਸਾਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲਾ ਤੇਜਪਾਲ ਸਿੰਘ ਦੇ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਪੰਜਾਬ ਦੇ ਵਿੱਚ ਇੱਕ ਹੈਰਾਨੀ ਵਾਲਾ ਮਾਹੌਲ ਬਣਾ ਦਿੱਤਾ। ਤੇਜਪਾਲ ਸਿੰਘ ਨੇ ਦੱਸਿਆ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੇਰਾ ਆਪਣਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟੈਕਸੀਆਂ ਦਾ ਕੰਮ ਹੈ। ਮੈਂ ਅੰਮ੍ਰਿਤਧਾਰੀ ਸਿੰਘ ਹਾਂ ਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਹਾਜ਼ਰੀ ਭਰਦਾ ਹਾਂ। ਇਹਨਾਂ ਦੀ ਕਿਰਪਾ ਹਮੇਸ਼ਾ ਹੀ ਮੇਰੇ ਤੇ ਮੇਰੇ ਪਰਿਵਾਰ ਅਤੇ ਕਾਰੋਬਾਰ ਤੇ ਰਹੀ ਹੈ। ਸਾਲ 2015 ਦੀ ਗੱਲ ਹੈ ਜਦੋਂ ਮੇਰਾ ਇੱਕ ਭਿਆਨਕ ਐਕਸੀਡੈਂਟ ਹੋਇਆ। ਹਾਦਸਾ ਭਿਆਨਕ ਸੀ ਪਰ ਪਰਮਾਤਮਾ ਦੀ ਕਿਰਪਾ ਕਰਕੇ ਮੈਂ ਬਚ ਗਿਆ ਤੇ ਮੇਰੀ ਥੋੜੀਆਂ ਸੱਟਾਂ ਲੱਗੀਆਂ। ਹੌਲੀ ਹੌਲੀ ਕਰ ਉਹਨਾਂ ਜ਼ਖਮਾਂ ਤੋਂ ਤਾਂ ਮੈਂ ਰਿਕਵਰ ਹੋ ਗਿਆ, ਪਰ ਉਹ ਹਾਦਸਾ ਇੰਨਾ ਭੈੜਾ ਸੀ ਕਿ ਉਸ ਦਾ ਡਰ ਮੇਰੇ ਮਨ ਦੇ ਵਿੱਚ ਨਿਕਲ ਨਹੀਂ ਰਿਹਾ ਸੀ ਤੇ ਕੁਝ ਮਹੀਨਿਆਂ ਬਾਅਦ ਮੈਨੂੰ ਐਸਾ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਮੇਰੀਆਂ ਲੱਤਾਂ ਵਿੱਚ ਜਾਨ ਨਹੀਂ ਤੇ ਇਸ ਹਾਦਸੇ ਦਾ ਡਰ ਮੇਰੇ ਮਨ ਦੇ ਵਿੱਚ ਬੈਠਿਆ ਕਿ ਮੇਰਾ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਤੇ ਇੱਕ ਸਮਾਂ ਮੈਂ ਬਿਲਕੁਲ ਹੀ ਮੰਜੇ ਤੇ ਆ ਗਿਆ। ਇੱਕ ਕਦਮ ਚੁੱਕਣਾ ਵੀ ਮੇਰੇ ਲਈ ਬਿਲਕੁਲ ਮੁਸ਼ਕਲ ਹੋ ਗਿਆ ਸੀ। ਇਹ ਸਭ ਕੁਝ ਦੇਖ ਮੇਰਾ ਪਰਿਵਾਰ ਘਬਰਾ ਗਿਆ ਕਿਉਂਕਿ ਮੇਰੇ ਬੱਚੇ ਹਜੇ ਛੋਟੇ ਸੀ। ਫਿਰ ਮੈਂ ਡਾਕਟਰ ਤੋਂ ਚੈੱਕਅਪ ਕਰਵਾਇਆ, ਹਰ ਇੱਕ ਟੈਸਟ ਦੀ ਸਕੈਨਿੰਗ ਕਰਵਾਈ ਪਰ ਕਿਤੇ ਵੀ ਕੋਈ ਬਿਮਾਰੀ ਨਜ਼ਰ ਨਹੀਂ ਆਈ। ਡਾਕਟਰ ਨੂੰ ਫਿਰ ਸ਼ੱਕ ਹੋਇਆ ਕਿ ਦਿਮਾਗ ਦੇ ਵਿੱਚ ਕੋਈ ਸੱਟ ਨਾ ਲੱਗੀ ਹੋਵੇ, ਜਿਸ ਕਰਕੇ ਮੇਰੀ MRI ਕਰਵਾਈ ਗਈ ਪਰ ਉਹ ਵੀ ਰਿਪੋਰਟ ਬਿਲਕੁਲ ਨੋਰਮਲ ਆਈ। ਆਖਿਰ ਡਾਕਟਰਾਂ ਨੇ ਕਿਹਾ ਕਿ ਤੈਨੂੰ ਕੋਈ ਬਿਮਾਰੀ ਨਹੀਂ, ਇੱਕ ਡਰ ਦੀ ਵਜ੍ਹਾ ਕਾਰਨ ਹੀ ਮੈਂ ਚੱਲ ਨਹੀਂ ਪਾ ਰਿਹਾ। ਹਿੰਮਤ ਕਰਕੇ ਮੈਨੂੰ ਖੁਦ ਹੀ ਚੱਲਣ ਦੀ ਕੋਸ਼ਿਸ਼ ਕਰਨੀ ਪਵੇਗੀ, ਪਰ ਉਸ ਸਮੇਂ ਕੀ ਕਰਦਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਮੈਨੂੰ ਮੇਰੀਆਂ ਲੱਤਾਂ ਦੇ ਵਿੱਚ ਜਾਨ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਹੀ ਸੀ। ਸਮਾਂ ਦਿਨ ਤੇ ਉੱਤੇ ਪਿਆ ਤੇ ਫਿਰ ਮਹੀਨਿਆਂ ਤੇ ਫਿਰ ਹੌਲੀ ਹੌਲੀ ਸਾਲ ਲੰਘ ਗਏ, ਪਰ ਮੈਂ ਮੰਜੇ ਦੇ ਉੱਪਰ ਹੀ ਸੀ। ਇੱਕ ਦਿਨ ਮੇਰੀ ਪਤਨੀ ਨੇ ਕਿਹਾ ਕਿ ਉੱਠ ਕੇ ਚੱਲੋ, ਤੁਸੀਂ ਕੋਸ਼ਿਸ਼ ਕਰੋ, ਤੁਹਾਨੂੰ ਵੀ ਕੁਝ ਵੀ ਨਹੀਂ ਹੋਇਆ। ਜ਼ਬਰਦਸਤੀ ਉਸਨੇ ਮੈਨੂੰ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਮੈਂ ਤਿਲਕ ਕੇ ਡਿੱਗ ਪਿਆ ਤੇ ਮੇਰੇ ਲੱਕ ਦੇ ਉੱਤੇ ਸੱਟ ਲੱਗੀ। ਜਦੋਂ ਮੈਂ ਚੈੱਕ ਕਰਵਾਇਆ ਮੇਰੀ ਰੀੜ੍ਹ ਦੀ ਹੱਡੀ ਦੇ ਕੁਝ ਘੁੰਮਣ ਕੇ ਹਿੱਲ ਗਏ ਸੀ। ਪਹਿਲਾਂ ਤਾਂ ਮੇਰੇ ਤੋਂ ਇਕੱਲਾ ਚੱਲ ਵੀ ਨਹੀਂ ਹੋ ਰਿਹਾ ਸੀ ਤੇ ਹੁਣ ਮੇਰਾ ਬੈਠਣਾ ਵੀ ਮੁਸ਼ਕਲ ਹੋ ਗਿਆ ਸੀ ਤੇ ਫਿਰ ਉਸ ਤੋਂ ਬਾਅਦ 6 ਮਹੀਨੇ ਇਸ ਦਾ ਵੀ ਇਲਾਜ ਕਰਵਾਇਆ ਤੇ ਹੁਣ ਮੈਂ ਮੰਜੇ ਦੇ ਉੱਤੇ ਹੀ ਰਹਿੰਦਾ ਸੀ। ਹੌਲੀ ਹੌਲੀ ਕਰ ਮੈਨੂੰ ਇਸ ਬਿਮਾਰੀ ਤੋਂ ਆਰਾਮ ਮਿਲਿਆ। ਹੁਣ ਸਮਾਂ ਲੰਘ ਰਿਹਾ ਸੀ ਪਰ ਮੈਂ ਹਜੇ ਵੀ ਮੰਜੇ ਦੇ ਉੱਪਰ ਹੀ ਸੀ ਤੇ ਘਰ ਦੇ ਵਿੱਚ ਕਮਾਉਣ ਵਾਲਾ ਵੀ ਮੈਂ ਇਕੱਲਾ ਹੀ ਸੀ। ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਰੋਜ਼ਾਨਾ ਦਰਬਾਰ ਸਾਹਿਬ ਹਾਜ਼ਰੀ ਦੇ ਲਈ ਲੈ ਕੇ ਜਾਇਆ ਕਰੋ। ਸ਼ਾਇਦ ਮੇਰੇ ਤੋਂ ਕੋਈ ਭੁੱਲ ਹੋ ਚੁੱਕੀ ਹੈ ਜਿਸ ਦੀ ਵਜ੍ਹਾ ਦੇ ਕਾਰਨ ਮੇਰੀ ਇਹ ਹਾਲਤ ਹੈ। ਵੀਲ ਚੇਅਰ ਦੇ ਉੱਤੇ ਮੇਰੀ ਪਤਨੀ ਮੈਨੂੰ ਰੋਜ਼ਾਨਾ ਹੀ ਦਰਬਾਰ ਸਾਹਿਬ ਲੈ ਕੇ ਜਾਣ ਲੱਗੀ। ਮੈਂ ਪਰਿਕਰਮਾ ਦੇ ਵਿੱਚ ਬੈਠ ਕੇ ਕੀਰਤਨ ਤੇ ਬਾਣੀ ਸੁਣਦਾ ਤੇ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਰਾਮਦਾਸ ਜੀ ਮਹਾਰਾਜ ਮੇਰੀ ਭੁੱਲ ਬਖਸ਼ਾ ਦਿਓ। ਇਸ ਤਰ੍ਹਾਂ ਕਈ ਦਿਨ ਮੈਂ ਲਗਾਤਾਰ ਉੱਥੇ ਜਾ ਕੇ ਅਰਦਾਸ ਕਰਦਾ ਰਿਹਾ। ਹੌਲੀ ਹੌਲੀ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੀ ਪਤਨੀ ਦੀ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗੀ ਕਿਉਂਕਿ ਮੇਰੀ ਪਤਨੀ ਦੇ ਮਾਤਾ ਪਿਤਾ ਜਹਾਨੋਂ ਤੁਰ ਗਏ ਸੀ ਤੇ ਮੇਰੇ ਤੋਂ ਇਲਾਵਾ ਉਸ ਦਾ ਕੋਈ ਹੋਰ ਹੈ ਵੀ ਨਹੀਂ ਸੀ। ਇਸ ਕਰਕੇ ਉਹ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਸ੍ਰੀ ਦਰਬਾਰ ਸਾਹਿਬ ਰਾਤ ਦੇ ਸਮੇਂ ਪਰਿਕਰਮਾ ਦੇ ਵਿੱਚ ਮੈਂ ਬੈਠਿਆ ਹੋਇਆ ਸੀ। ਬਰਾਂਡੇ ਦੇ ਵਿੱਚੋਂ ਕੁਝ ਸੰਗਤਾਂ ਪਾਠ ਕਰ ਰਹੀਆਂ ਸਨ ਤੇ ਕੁਝ ਸੋ ਰਹੀਆਂ ਸਨ ਤੇ ਮੇਰੀ ਪਤਨੀ ਵੀ ਉੱਥੇ ਹੀ ਬਰਾਂਡੇ ਦੇ ਵਿੱਚ ਹੀ ਸੋ ਗਈ। ਮੈਂ ਪਾਠ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕਰ ਰਿਹਾ ਸੀ ਤੇ ਅਰਦਾਸ ਕਰਕੇ ਜਦੋਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਾਹਮਣੇ ਇੱਕ ਵਿਸ਼ੇਸ਼ ਨਾਗ ਫਨ ਖਿਲਾਰ ਕੇ ਖੜਾ ਸੀ ਜੋ ਮੇਰੇ ਵੱਲ ਦੇਖ ਕੇ ਫਨਕਾਰੇ ਮਾਰ ਰਿਹਾ ਸੀ। ਐਸੀ ਚੀਜ਼ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖੀ ਸੀ। ਉਸ ਦੀ ਲੰਬਾਈ ਨੂੰ ਦੇਖ ਕੇ ਮੈਨੂੰ ਡਰ ਦੇ ਨਾਲ ਪਸੀਨੇ ਆ ਗਏ ਤੇ ਜਦੋਂ ਉਹ ਮੇਰੇ ਵੱਲ ਵਧਿਆ ਤੇ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਦਰਬਾਰ ਸਾਹਿਬ ਵੱਲ ਨੂੰ ਉੱਠ ਕੇ ਤੇਜ਼ੀ ਦੇ ਨਾਲ ਭੱਜਿਆ ਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਨਾਗ ਨਾ ਦੇਖ ਕੇ ਮੇਰੇ ਸਾਹਾਂ ਦੇ ਵਿੱਚ ਸਾਹ ਆਏ ਤੇ ਮੈਂ ਵਾਪਸ ਆਪਣੀ ਵੀਲ ਚੇਅਰ ਦੇ ਉੱਤੇ ਆ ਕੇ ਬੈਠ ਗਿਆ। ਮੈਨੂੰ ਲੱਗਿਆ ਕਿ ਸ਼ਾਇਦ
ਨੀਂਦ ਕਾਰਨ ਮੈਨੂੰ ਅਜਿਹਾ ਮਹਿਸੂਸ ਹੋਇਆ ਹੋਵੇਗਾ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਭੱਜਿਆ ਸੀ, ਮਤਲਬ ਕਿ ਮੇਰੀਆਂ ਲੱਤਾਂ ਕੰਮ ਕਰ ਰਹੀਆਂ ਸਨ। ਫਿਰ ਮੈਂ ਦੁਬਾਰਾ ਉੱਠ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਮੈਂ ਹੈਰਾਨ ਸੀ ਕਿ ਮੈਂ ਚੱਲ ਰਿਹਾ ਹਾਂ। ਮੈਨੂੰ ਲੱਗਿਆ ਕਿ ਹਜੇ ਵੀ ਮੈਂ ਕੋਈ ਸੁਪਨਾ ਹੀ ਦੇਖ ਰਿਹਾ ਹਾਂ। ਇਸ ਕਰਕੇ ਮੈਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗਿਆ, ਪਰ ਇਹ ਕੋਈ ਸੁਪਨਾ ਨਹੀਂ ਸੀ, ਇੱਕ ਸੱਚਾਈ ਸੀ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਉਠਾਇਆ ਤੇ ਚੱਲ ਕੇ ਦਿਖਾਇਆ। ਮੈਨੂੰ ਠੀਕ ਹੋਇਆ ਦੇਖ ਮੇਰੀ ਪਤਨੀ ਬਹੁਤ ਖੁਸ਼ ਹੋਈ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਅਸਲ ਦੇ ਵਿੱਚ ਇੱਕ ਹਾਦਸੇ ਦੇ ਕਾਰਨ ਉਹ ਐਕਸੀਡੈਂਟ ਤੋਂ ਬਾਅਦ ਮੇਰੇ ਮਨ ਦੇ ਵਿੱਚ ਡਰ ਬੈਠ ਗਿਆ ਸੀ ਤੇ ਉਸ ਡਰ ਨੇ ਮੇਰੇ ਅੰਦਰ ਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੋਰ ਖਤਮ ਕਰ ਦਿੱਤਾ। ਪਰਮਾਤਮਾ ਤੁਹਾਡੇ ਅੰਦਰ ਹੀ ਵਸਦਾ ਹੈ, ਉਸ ਨੂੰ ਲੱਭਣ ਦੀ ਜ਼ਰੂਰਤ ਨਹੀਂ ਕਿਤੇ ਬਾਹਰ, ਬਲਕਿ ਉਹ ਅੰਦਰ ਹੀ ਹੁੰਦਾ ਹੈ। ਬਸ ਲੋੜ ਹੈ ਵਿਸ਼ਵਾਸ ਦੀ ਤੇ ਅਰਦਾਸ ਦੀ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।